Good morning, dear students, and welcome to the English class. Students, today we are going to read a poem from your main course book, and this is poem number 4. And name of the poem is Razia the Tigress, written by KKN Daruwala. First of all, we will discuss about the poet of this poem. KKN Daruwala is a great contemporary Indian poet. He was born in Lahore in 1937 and was educated at Government College, Ludhiana. ਹੁਣ KKN ਦਾਰੂਵਾਲਾ ਦਾ ਜਨਮ ਜਿਹੜਾ ਉਹ ਲਾਹੌਰ ਦੇ ਵਿੱਚ ਹੋਇਆ ਸੀ, ਜੋ ਅੱਜ ਕੱਲ੍ਹ ਪਾਕਿਸਤਾਨ ਦੇ ਵਿੱਚ ਹੈ। ਪਾਰਟੀਸ਼ਨ ਤੋਂ ਪਹਿਲਾਂ ਇਹ ਕੀ ਸੀਗੇ, ਵਰਤਮਾਨ ਭਾਰਤ ਦੇ ਵਿੱਚ ਆ ਗਏ ਸੀਗੇ ਅਤੇ ਇੱਥੇ ਹੀ ਇਹਨਾਂ ਨੇ ਲੁਧਿਆਣੇ ਦੇ ਗਵਰਨਮੈਂਟ ਕਾਲਜ ਤੋਂ ਆਪਣੀ ਜਿਹੜੀ ਆ ਐਜੂਕੇਸ਼ਨ ਉਹ ਹਾਸਿਲ ਕੀਤੀ। ਦੈਨ ਅੱਜ ਕੱਲ੍ਹ ਇਹ ਕਿੱਥੇ ਰਹਿ ਰਹੇ ਨੇ? ਹੀ ਕਰੰਟਲੀ ਲਿਵਸ ਇਨ ਨਿਊ ਦਿੱਲੀ। ਅੱਜ ਕੱਲ੍ਹ ਇਹ ਨਿਊ ਦਿੱਲੀ ਦੇ ਵਿੱਚ ਰਹਿ ਰਹੇ ਨੇ। ਹੀ ਇਜ਼ ਦ ਵਿਨਰ ਆਫ ਦ ਸਾਹਿਤਯ ਅਕੈਡਮੀ ਐਂਡ ਕਾਮਨਵੈਲਥ ਪੋਇਟਰੀ ਅਵਾਰਡਸ, ਅਤੇ ਇਹਨਾਂ ਨੂੰ ਸਾਹਿਤਯ ਅਕੈਡਮੀ ਅਵਾਰਡ ਅਤੇ ਕਾਮਨਵੈਲਥ ਪੋਇਟਰੀ ਅਵਾਰਡਸ ਜਿਹੜੇ ਪ੍ਰਾਪਤ ਹੋਏ। He is praised for his bitter satiric tone which is rather exceptional in Indian poetry in English। ਅਤੇ ਇਹਨਾਂ ਦੀ ਜਿਹੜੀਆਂ ਪੋਇਮਸ ਹੁੰਦੀਆਂ ਨੇ ਉਹ ਕੀ ਆ, ਉਹਦੇ ਵਿੱਚ ਜਿਹੜੀ ਟੋਨ ਹੁੰਦੀ ਬਿਟਰ ਹੁੰਦੀ ਆ। ਮੀਨਸ ਕਿ ਇਹਨਾਂ ਦੀਆਂ ਜਿਹੜੀਆਂ ਪੋਇਮਸ ਦੇ ਜਿਹੜੇ ਟੌਪਿਕਸ ਹੁੰਦੇ ਆ ਨਾ, ਉਹ ਹਮੇਸ਼ਾ ਸਮਾਜਿਕ ਬੁਰਾਈਆਂ ਦੇ ਨਾਲ ਰਿਲੇਟਿਡ ਹੁੰਦੇ ਆ, ਜਾਂ ਫਿਰ ਐਨਵਾਇਰਨਮੈਂਟ ਨੂੰ ਲੈ ਕੇ ਕੋਈ ਇਸ਼ੂ ਹੁੰਦਾ ਆ ਉਹਦੇ ਉੱਤੇ ਹੁੰਦੇ ਆ। ਰੀਅਲ ਲਾਈਫ ਇੰਸੀਡੈਂਟਸ ਦੇ ਉੱਤੇ ਬੇਸਡ ਇਹਨਾਂ ਦੀਆਂ ਜਿਹੜੇ ਵਰਕਸ ਹੁੰਦੇ ਨੇ। ਅਤੇ ਪੋਇਮਸ ਦੇ ਨਾਲ ਨਾਲ ਇਹਨਾਂ ਨੇ ਸ਼ਾਰਟ ਸਟੋਰੀਜ਼ ਵੀ ਲਿਖੀਆਂ ਨੇ। ਇਹ ਇੱਕ ਫਾਰਮਰ IPS ਆਫਿਸਰ ਵੀ ਰਹਿ ਚੁੱਕੇ ਨੇ। ਸੋ ਇਹਨਾਂ ਦੀ ਜਿਹੜੀ ਪੋਇਟਰੀ ਲਿਖਣ ਦੀ ਜਿਹੜੀ ਕਿਸਮ ਹੈ, ਜੌਨਰਾ ਜਾਂ ਫਿਰ ਅਸੀਂ ਕਹਿ ਸਕਦੇ ਹਾਂ, ਉਹ ਬਹੁਤ ਹੀ ਐਕਸੈਪਸ਼ਨਲ ਜਿਹਾ ਮੰਨਿਆ ਜਾਂਦਾ ਆ। ਸੋ ਇਹ ਜਿਹੜੀ ਪੋਇਮ ਹੈ ਰਜ਼ੀਆ ਦਾ ਟਾਈਗਰਸ, ਇਹ ਵੀ ਇੱਕ ਬਹੁਤ ਹੀ ਵੱਡੇ ਇਸ਼ੂ ਨੂੰ ਲੈ ਕੇ ਲਿਖੀ ਗਈ ਆ। ਔਰ ਉਹ ਇਸ਼ੂ ਕਿਹੜਾ ਆ? ਅਸੀਂ ਕਹਿ ਸਕਦੇ ਹਾਂ ਕਿ ਇਸ ਪੋਇਮ ਦੇ ਵਿੱਚ ਬਹੁਤ ਸਾਰੇ ਜਿਹੜੇ ਮੈਸੇਜਿਸ ਪੋਇਟ ਦੇਣਾ ਚਾਹੁੰਦਾ ਆ। ਅਤੇ ਇਸ ਦੇ ਵਿੱਚ ਫਲੋਰਾ ਐਂਡ ਫੋਨਾ ਦੇ ਜਿਹੜੀ ਡਿਪਲੇਸ਼ਨ ਹੋ ਰਹੀ ਆ, ਖ਼ਤਮ ਹੋ ਰਹੇ ਨੇ, ਉਹਨੂੰ ਖ਼ਤਮ ਕੌਣ ਕਰ ਰਿਹਾ ਆ? ਹਿਊਮਨ ਬੀਇੰਗਸ ਖ਼ਤਮ ਕਰ ਰਹੇ ਆ। ਅਤੇ ਕਿਉਂ ਖ਼ਤਮ ਕਰ ਰਹੇ ਆ? ਆਪਣੇ ਸਵਾਰਥ ਵਾਸਤੇ। ਅਤੇ ਉਹਦੇ ਕਰਕੇ ਕੀ ਹੋ ਰਿਹਾ, ਨਾ ਸਿਰਫ ਜਿਹੜੀ ਵਾਈਲਡ ਲਾਈਫ ਆ ਅਤੇ ਫੋਰੈਸਟ ਆ ਉਹਨਾਂ ਦਾ ਲੋਸ ਹੋ ਰਿਹਾ ਆ, ਈਵਨ ਜਿਹੜੇ ਇਨਸਾਨ ਆ ਖੁਦ ਉਹਨਾਂ ਦਾ ਵੀ ਲੋਸ ਹੋ ਰਿਹਾ ਆ। ਸੋ ਦ ਪ੍ਰੈਜ਼ੈਂਟ ਪੋਇਮ ਸਕੈਚਸ ਬਿਫੋਰ ਦ ਰੀਡਰਸ ਅ ਵਰਲਡ ਆਫ ਫਾਸਟ ਡਿਪਲੀਟਿੰਗ ਨੈਚੁਰਲ ਰਿਸੋਰਸਿਸ ਵਿਚ ਇਜ਼ ਥ੍ਰੈਟਨਿੰਗ ਦਾ ਵਾਈਲਡ ਲਾਈਫ ਅਰਾਊਂਡ ਅਸ। ਹੁਣ ਇਹ ਜਿਹੜੀ ਪੋਇਮ ਦੇ ਵਿੱਚ ਕੀ ਪੋਇਟ ਦੱਸਣਾ ਚਾਹ ਰਿਹਾ ਹੈ, ਜਿਹੜੇ ਨੈਚੁਰਲ ਰਿਸੋਰਸਿਸ ਜਿੱਦਾਂ ਮੈਂ ਕਿਹਾ ਕਿ ਡਿਪਲੀਟਿੰਗ ਮਤਲਬ ਖ਼ਤਮ ਹੋ ਰਹੇ ਨੇ, ਅਤੇ ਜਿਹੜੀ ਵਾਈਲਡ ਲਾਈਫ ਆ, ਵਾਈਲਡ ਲਾਈਫ ਦੇ ਵਿੱਚ ਕੌਣ ਆਉਂਦਾ ਹੈ? ਜਿਹੜੇ ਜੰਗਲ ਦੇ ਵਿੱਚ ਰਹਿਣ ਵਾਲੇ ਪਸ਼ੂ ਪਕਸ਼ੀ ਹੁੰਦੇ ਨੇ, ਉਹਨਾਂ ਦੀ ਲਾਈਫ ਜਿਹੜੀ ਆ ਉਹ ਵੀ ਕੀ ਆ, ਖਤਰੇ ਦੇ ਵਿੱਚ ਆ। ਰਜ਼ੀਆ ਦ ਟਾਈਗਰਸ ਇਜ਼ ਵਰੀਡ ਫॉर ਹਰ ਪਾਰਟਨਰ ਐਂਡ 2 cubs who like many other tiger cubs are in danger of being poached and killed। ਹੁਣ ਰਜ਼ੀਆ ਇੱਕ ਟਾਈਗਰਸ ਦਾ ਨੇਮ ਆ, ਠੀਕ ਹੈ। ਹੁਣ ਇਸ ਟਾਈਗਰਸ ਪਤਾ ਨਾ ਕੀ ਹੁੰਦਾ? ਸ਼ੇਰਨੀ। ਉਹਨੂੰ ਐਜ਼ ਅ ਮਦਰ ਵੀ ਇੱਥੇ ਪੋਇਮ ਦੇ ਵਿੱਚ ਰਿਪਰਜੈਂਟ ਕੀਤਾ ਗਿਆ ਆ, ਔਰ ਐਜ਼ ਅ ਵਾਈਫ ਵੀ ਰਿਪਰਜੈਂਟ ਕੀਤਾ ਗਿਆ ਆ। ਅਤੇ ਉਹ ਹੁਣ ਪਰੇਸ਼ਾਨ ਆ ਸ਼ੇਰਨੀ, ਕਿਸ ਚੀਜ਼ ਨੂੰ ਲੈ ਕੇ? ਉਹਦਾ ਜਿਹੜਾ ਪਾਰਟਨਰ ਹੈ ਉਹਨੂੰ ਅਤੇ ਆਪਣੇ 2 cubs ਕੀ ਹੁੰਦੇ ਨੇ? ਸ਼ੇਰਨੀ ਦੇ ਬੱਚੇ। 2 ਬੱਚੇ ਨੇ ਉਹਦੇ, ਅਤੇ ਉਹਦਾ ਪਾਰਟਨਰ ਮਤਲਬ ਹਸਬੈਂਡ, ਉਹ ਉਹਨਾਂ ਨੂੰ ਲੈ ਕੇ ਪਰੇਸ਼ਾਨ ਆ। ਅਤੇ ਜੰਗਲ ਦੇ ਵਿੱਚ ਰਹਿਣ ਵਾਲੇ ਹੋਰ ਵੀ ਟਾਈਗਰ ਅਤੇ ਉਹਨਾਂ ਦੇ ਕਬਜ਼ ਵੀ ਕੀ ਆ? ਡੇਂਜਰ ਦੇ ਵਿੱਚ ਨੇ, ਖਤਰੇ ਦੇ ਵਿੱਚ ਨੇ। ਕਿਸ ਚੀਜ਼ ਦਾ ਖਤਰਾ ਆ ਉਹਨਾਂ ਨੂੰ ਖਤਰਾ ਹੈਗਾ ਆ ਪੋਚਰਸ ਦੇ ਦੁਆਰਾ। ਪੋਚਰਸ ਕੌਣ ਹੁੰਦੇ? ਹੰਟਰਸ। ਕਿ ਪੋਚਰ ਉਹਨਾਂ ਨੂੰ ਪੋਚ ਕਰ ਲੈਣਗੇ, ਉਹਨਾਂ ਦਾ ਸ਼ਿਕਾਰ ਕਰ ਲੈਣਗੇ ਅਤੇ ਉਹਨਾਂ ਨੂੰ ਮਾਰ ਦੇਣਗੇ। ਹੁਣ ਇਸ ਚੀਜ਼ ਦਾ ਖਤਰਾ ਜਿਹੜਾ ਆ ਰਜ਼ੀਆ ਦੇ ਅੰਦਰ ਅਤੇ ਉਸ ਜੰਗਲ ਦੇ ਵਿੱਚ ਰਹਿਣ ਵਾਲੇ ਹੋਰ ਜਿਹੜੇ ਸ਼ੇਰਾਂ ਦੇ ਪਰਿਵਾਰ ਆ ਉਹਨਾਂ ਦੇ ਅੰਦਰ ਹੈਗਾ ਆ। The poem also shows how man has usurped all land and how he has plundered his natural resources। ਹੁਣ ਇਸ ਪੋਇਮ ਦੇ ਵਿੱਚ ਇਹ ਵੀ ਰਿਪਰਜੈਂਟ ਕੀਤਾ ਗਿਆ ਆ ਕਿ ਜਿਹੜਾ ਹਿਊਮਨ ਬੀਇੰਗ ਆ ਉਹਨੇ ਯੂਸਪ ਦਾ ਮਤਲਬ ਹੁੰਦਾ ਆ ਕਿ ਹੜੱਪ ਲੈਣਾ, ਟੇਕ ਓਵਰ।
ਹੜੱਪ ਲੈਣਾ, ਕਿੱਦਾਂ ਉਹਨੇ ਲੈਂਡ ਜਿਹੜੀ ਆ ਫੋਰੈਸਟ ਦੀ ਉਹਨੂੰ ਹੜੱਪ ਲਿਆ ਆ। ਹੁਣ ਜਿਹੜੇ ਫੋਰੈਸਟ ਹੁੰਦੇ ਆ ਉਹ ਨੈਚੁਰਲ ਜਿਹੜੀ ਵਾਈਲਡ ਲਾਈਫ ਹੁੰਦੀ ਆ ਉਹਨਾਂ ਦਾ ਹੈਬੀਟੇਟ ਹੁੰਦਾ, ਉਹਨਾਂ ਦਾ ਘਰ ਹੁੰਦਾ ਆ। ਹੁਣ ਅਗਰ ਤੁਹਾਡੇ ਤੋਂ ਕੋਈ ਤੁਹਾਡਾ ਘਰ ਛਿਨ ਲਵੇ, ਤੁਸੀਂ ਬੇਘਰ ਹੋ ਜਾਂਦੇ ਹੋ। ਅਤੇ ਸਿਮਿਲਰਲੀ ਜਿਹੜੇ ਵਾਈਲਡ ਐਨੀਮਲਸ ਆ, ਵਾਈਲਡ ਲਾਈਫ ਆ, ਉਹਨਾਂ ਦਾ ਹੈਬੀਟੇਟ ਹੀ ਉਹਨਾਂ ਦਾ ਜੰਗਲ ਆ। ਜੇ ਉਹਨੂੰ ਹੀ ਕੱਟੀ ਜਾਵਾਂਗੇ ਤਾਂ ਉਹ ਕਿੱਥੇ ਰਹਿਣਗੇ। ਅਤੇ ਹੁਣ ਜਿਹੜੇ ਉੱਥੇ ਦੇ ਰਿਸੋਰਸਿਸ ਜਿਹੜੇ ਆ, ਨੈਚੁਰਲ ਰਿਸੋਰਸਿਸ ਆ, ਪਲੰਡਰਡ ਦਾ ਮਤਲਬ ਹੁੰਦਾ ਰੋਬਡ, ਲੁੱਟ ਲੈਣਾ। ਹੁਣ ਉਹ ਜਿਹੜਾ ਹਿਊਮਨ ਬੀਇੰਗ ਆ, ਇੱਕ ਤਾਂ ਹੜੱਪ ਰਿਹਾ ਆ ਹੈਬੀਟੇਟ ਨੂੰ ਵਾਈਲਡ ਲਾਈਫ ਦੀ, ਔਰ ਦੂਸਰਾ ਉੱਥੇ ਦੇ ਜਿੰਨੇ ਵੀ ਜਿਹੜੇ ਨੈਚੁਰਲ ਰਿਸੋਰਸਿਸ ਨੇ ਜਿਹੜੇ ਜੰਗਲ ਦੇ ਵਿੱਚੋਂ ਮਿਲਦੇ ਨੇ ਉਹਨੂੰ ਕੀ ਆ, ਲੁੱਟ ਰਿਹਾ ਆ ਆਪਣੇ ਸਵਾਰਥ ਦੇ ਵਾਸਤੇ। ਦਿਸ ਹੈਜ਼ ਥ੍ਰੈਟਨਡ ਬੋਥ ਦ ਵਾਈਲਡ ਲਾਈਫ ਐਜ਼ ਵੈਲ ਐਜ਼ ਹਿਊਮਨ ਲਾਈਫ ਐਂਡ ਐਨਵਾਇਰਨਮੈਂਟ। ਹੁਣ ਇਹ ਇੱਦਾਂ ਕਰਕੇ ਹਿਊਮਨ ਬੀਇੰਗ ਨਾ ਸਿਰਫ ਵਾਈਲਡ ਲਾਈਫ ਨੂੰ ਨੁਕਸਾਨ ਪਹੁੰਚਾ ਰਿਹਾ ਆ, ਈਵਨ ਇਸ ਦਾ ਨੁਕਸਾਨ ਹਿਊਮਨ ਬੀਇੰਗਸ ਨੂੰ ਵੀ ਹੋ ਰਿਹਾ ਆ ਅਤੇ ਐਨਵਾਇਰਨਮੈਂਟ ਨੂੰ ਵੀ ਹੋ ਰਿਹਾ ਆ। ਹੁਣ ਕਿਉਂ ਹੋ ਰਿਹਾ ਹਿਊਮਨ ਬੀਇੰਗਸ ਅਤੇ ਐਨਵਾਇਰਨਮੈਂਟ ਨੂੰ ਲੋਸ? ਦੇਖੋ, ਜੇ ਹੁਣ ਜੰਗਲ ਹੀ ਨਹੀਂ ਰਹਿਣਗੇ ਤਾਂ ਫਿਰ ਸਾਰੀ ਜਿਹੜਾ ਜਿੰਨਾ ਵੀ ਈਕੋਸਿਸਟਮ ਹੈ, ਜਿੰਨਾ ਵੀ ਐਨਵਾਇਰਨਮੈਂਟ ਦਾ ਜੋ ਇੱਕ ਬੈਲੈਂਸ ਹੁੰਦਾ ਆ ਉਹ ਕੀ ਆ, ਗੜਬੜਾ ਜਾਊਗਾ। ਸਾਰਾ ਕੁਝ ਜਿਹੜਾ ਹੈ ਹੌਚ ਪੌਚ ਹੋ ਜਾਊਗਾ। ਜੰਗਲ ਹੀ ਨਹੀਂ ਰਹਿਣਗੇ ਅਤੇ ਫਿਰ ਰੇਨ ਨਹੀਂ ਹੋਏਗੀ, ਔਰ ਜੰਗਲ ਦੇ ਵਿੱਚੋਂ ਜਿਹੜੇ ਮਿਲਣ ਵਾਲੇ ਰਿਸੋਰਸਿਸ ਆ ਉਹੀ ਨਹੀਂ ਰਹਿਣਗੇ। ਫਿਰ ਵਾਈਲਡ ਲਾਈਫ ਅਗਰ ਖ਼ਤਮ ਹੋ ਜਾਏਗੀ ਤਾਂ ਫਿਰ ਕੀ ਹੋਏਗਾ, ਸਾਰਾ ਜਿਹੜਾ ਈਕੋ ਸਿਸਟਮ ਹੈ ਉਹ ਕੀ ਹੋ ਜਾਏਗਾ, ਨਸ਼ਟ ਹੋ ਜਾਏਗਾ। ਸੋ ਇੱਦਾਂ ਕਰਕੇ ਜਿਹੜਾ ਇਨਸਾਨ ਆਪਣੇ ਸਵਾਰਥ ਦੇ ਕਰਕੇ ਕੀ ਕਰ ਰਿਹਾ ਆ, ਨਾ ਸਿਰਫ ਵਾਈਲਡ ਲਾਈਫ ਦਾ ਲੋਸ ਕਰ ਰਿਹਾ ਆ, ਆਪਣਾ ਖੁਦ ਦਾ ਨੁਕਸਾਨ ਵੀ ਕਰ ਰਿਹਾ ਆ, ਆਉਣ ਵਾਲੀਆਂ ਪੀੜ੍ਹੀਆਂ ਦਾ ਵੀ ਨੁਕਸਾਨ ਕਰ ਰਿਹਾ ਅਤੇ ਇਨਵਾਇਰਨਮੈਂਟ ਦਾ ਵੀ ਨੁਕਸਾਨ ਕਰ ਰਿਹਾ ਆ। ਜਦੋਂ ਤੁਸੀਂ ਪੋਇਮ ਪੜ੍ਹੋਗੇ ਤਾਂ ਪਤਾ ਲੱਗੇਗਾ ਕਿ ਕੀ ਡਰ ਜਿਹੜੇ ਆ ਰਜ਼ੀਆ ਦ ਟਾਈਗਰੈਸ ਦੇ ਅੰਦਰ ਉਹ ਪੈਦਾ ਹੋ ਰਹੇ ਆ ਅਤੇ ਕਿਉਂ ਪੈਦਾ ਹੋ ਰਹੇ ਆ। ਸੋ ਦੇਅਰ ਆਰ 8 ਸਟਾਂਜ਼ਾਸ ਇਨ ਦਿਸ ਪੋਇਮ। ਹਰ ਇੱਕ ਸਟਾਂਜ਼ਾ ਦੀਆਂ 4 ਲਾਈਨਸ ਨੇ। ਸੋ ਲੈਟਸ ਰੀਡ ਦ ਫਸਟ ਸਟਾਂਜ਼ਾ। ਦ ਟਾਈਗਰੈਸ ਰਜ਼ੀਆ lives alone. Her 2 cubs haven't yet been named. Sheru barely played with them, and now he's gone. Oh, what a shame. Now, ਰਜ਼ੀਆ ਜਿਹੜੀ ਟਾਈਗਰੈਸ ਆ ਉਹ ਇਕੱਲੀ ਰਹਿੰਦੀ ਆ। ਕਿਹਦੇ ਨਾਲ ਇਕੱਲੀ ਰਹਿੰਦੀ ਆ? ਆਪਣੇ 2 ਕਬਸ ਦੇ ਨਾਲ। ਕਬਸ ਉਹਦੇ ਬੱਚੇ ਟਾਈਗਰੈਸ ਦੇ, ਅਤੇ ਉਹਨਾਂ ਬੱਚਿਆਂ ਦਾ ਹਜੇ ਤੱਕ ਉਹਨੇ ਕੋਈ ਨਾਮ ਵੀ ਨਹੀਂ ਰੱਖਿਆ ਹੋਇਆ। ਮੀਨਸ ਕਿ ਉਹਦੇ ਜਿਹੜੇ ਬੱਚੇ ਆ ਉਹ ਕੀ ਹੈ, ਨਿਊ ਬੋਰਨ ਆ। ਸ਼ੇਰੂ ਬੈਰੀਲੀ ਪਲੇਡ ਵਿਦ ਦੈਮ। ਹੁਣ ਸ਼ੇਰੂ ਜਿਹੜਾ ਹੈ ਉਹ ਰਜ਼ੀਆ ਦਾ ਪਾਰਟਨਰ ਹੈ, ਉਹਦਾ ਹਸਬੈਂਡ ਹੈ, ਅਤੇ ਉਹ ਹਜੇ ਮਸਾਂ ਹੀ ਥੋੜ੍ਹਾ ਬਹੁਤ ਖੇਡ ਸਕਿਆ ਸੀਗਾ ਆਪਣੇ ਬੱਚਿਆਂ ਦੇ ਨਾਲ। ਐਂਡ ਨਾਓ ਹੀ ਇਜ਼ ਗੋਨ। ਅਤੇ ਹੁਣ ਜਿਹੜਾ ਸ਼ੇਰੂ ਆ ਉਹਨਾਂ ਦੇ ਨਾਲ ਨਹੀਂ ਹੈਗਾ, ਉਹ ਜਾ ਚੁੱਕਾ ਆ। ਅਤੇ ਕਿੰਨੀ ਸ਼ਰਮ ਦੀ ਕਹਿੰਦੇ ਗੱਲ ਆ ਕਿ ਜਿਹੜਾ ਸ਼ੇਰੂ ਆ ਉਹਨਾਂ ਨੂੰ ਛੱਡ ਕੇ ਜਾ ਚੁੱਕਿਆ ਆ। ਰਜ਼ੀਆ ਹੁਣ ਇਕੱਲੀ ਰਹਿ ਰਹੀ ਆ ਆਪਣੇ 2 ਬੱਚਿਆਂ ਦੇ ਨਾਲ। ਸ਼ੇਰੂ was an expert on winds, knew how they traversed dale and hill, and where they put up for the night when no leaf stirred and all was still. ਹੁਣ ਇਸ ਸਟਾਂਜ਼ਾ ਦੇ ਵਿੱਚ ਪੋਇਟ ਨੇ ਡਿਸਕ੍ਰਿਪਸ਼ਨ ਦਿੱਤੀ ਹੈ ਸ਼ੇਰੂ ਦੀ, ਕਿ ਸ਼ੇਰੂ ਕਿੱਦਾਂ ਦਾ ਸੀ ਜਦੋਂ ਹੁੰਦਾ ਸੀਗਾ। ਰਜ਼ੀਆ ਹੁਣ ਸਭ ਕੁਝ ਯਾਦ ਕਰ ਰਹੀ ਆ। ਹੁਣ ਇਹ ਰਜ਼ੀਆ ਦੇ ਵੱਲੋਂ ਹੀ ਲਿਖੀ ਗਈ ਪੋਇਮ, ਇੱਕ ਟਾਈਗਰੈਸ ਦੇ ਦਰਦ ਨੂੰ ਪੇਸ਼ ਕੀਤਾ ਗਿਆ ਹੈ ਇਸ ਪੋਇਮ ਦੇ ਵਿੱਚ। ਹਿਊਮਨ ਬੀਇੰਗ ਸੋਚਦੇ ਆ, ਉਹਨਾਂ ਨੂੰ ਫੀਲ ਹੁੰਦਾ ਆ, ਬਟ ਇੱਦਾਂ ਨਹੀਂ ਹੁੰਦਾ। ਜਿਹੜੇ ਐਨੀਮਲਸ ਹੁੰਦੇ ਆ ਉਹਨਾਂ ਨੂੰ ਵੀ ਫੀਲਿੰਗਸ ਜਿਹੜੀਆਂ ਹੁੰਦੀਆਂ ਆ ਉਹਨਾਂ ਦੇ ਅੰਦਰ, ਉਹ ਦਰਦ ਨੂੰ ਵੀ ਮਹਿਸੂਸ ਕਰਦੇ ਆ, ਉਹ ਖੁਸ਼ੀ ਨੂੰ ਵੀ, ਉਹ ਡਰ ਨੂੰ ਵੀ ਮਹਿਸੂਸ ਕਰਦੇ ਆ, ਉਹ ਗਮ ਨੂੰ ਵੀ ਮਹਿਸੂਸ ਕਰਦੇ ਆ। ਉਹਨਾਂ ਦਾ ਪਾਰਟਨਰ ਅਗਰ ਚਲਾ ਜਾਂਦਾ ਆ ਉਹ ਤਾਂ ਵੀ ਦੁਖੀ ਹੁੰਦੇ ਆ। ਅਗਰ ਉਹਨਾਂ ਦਾ ਕੋਈ ਲਾਈਫ ਦੇ ਵਿੱਚ ਉਹਨਾਂ ਦੇ ਕੁਛ ਨਵਾਂ ਹੁੰਦਾ ਆ, ਉਹਨਾਂ ਦੇ ਬੱਚੇ ਹੁੰਦੇ ਆ, ਅਤੇ ਉਹ ਵੀ ਖੁਸ਼ ਹੁੰਦੇ ਆ। ਸੋ ਫੀਲਿੰਗਸ ਉਹਨਾਂ ਦੇ ਅੰਦਰ ਵੀ ਹੁੰਦੀਆਂ ਆ। ਅਤੇ ਹੁਣ ਇਸ ਪੋਇਮ ਦੇ ਵਿੱਚ ਰਜ਼ੀਆ ਦੇ ਥਰੂ ਹੀ ਇਹ ਪੋਇਮ ਜਿਹੜੀ ਆ ਰੀਪ੍ਰਜੈਂਟ ਕੀਤੀ ਗਈ ਹੈ ਕਿ ਉਹ ਕੀ ਸੋਚ ਰਹੀ ਆ ਹੁਣ, ਅਤੇ ਉਹਦਾ ਡਰ ਕਿਉਂ ਆ। ਹੁਣ ਰਜ਼ੀਆ ਜਿਹੜੀ ਸੋਚ ਰਹੀ ਆ ਕਿ ਸ਼ੇਰੂ ਜਿਹੜਾ ਸੀ ਹਵਾ ਨੂੰ ਸਮਝਣ ਦੇ ਵਿੱਚ ਐਕਸਪਰਟ ਸੀਗਾ। ਹਵਾ ਨੂੰ ਸਮਝਣ ਦੇ ਵਿੱਚ ਇਨ ਦਾ ਸੈਂਸ ਕਿ ਉਹਨੂੰ ਪਤਾ ਸੀਗਾ ਕਿ ਹਵਾ ਕਿੱਦਾਂ ਟਰੈਵਲ ਕਰਦੀ ਆ। ਡੇਲ ਹੁੰਦਾ ਵੇਲੀ, ਹਵਾ ਜਿਹੜੀ ਆ ਕਹਿੰਦੇ ਕਿ ਉਹ ਨੀਚੇ ਹਿਲਸ ਤੋਂ ਉੱਠਦੀ ਹੋਈ ਵੇਲੀ ਦੇ ਉੱਪਰ ਨੂੰ ਆਉਂਦੀ ਆ, ਉਹਦਾ ਰੂਟ ਇਹ ਹੁੰਦਾ ਆ। ਐਂਡ ਵੇਅਰ ਦੇ ਪੁੱਟ ਅਪ ਫॉर द ਨਾਈਟ when no leaf stirred and all was still।
ਤੇ ਰਾਤ ਦੇ ਟਾਈਮ ਤੇ ਕਹਿੰਦੇ ਜਦੋਂ ਸਾਰਾ ਕੁਛ ਕੀ ਹੁੰਦਾ ਆ, ਸ਼ਾਂਤ ਹੁੰਦਾ ਹੈ। ਸਟਰਡ ਦਾ ਮਤਲਬ ਹੁੰਦਾ ਮੂਵ, ਕੁਛ ਵੀ ਇੱਕ ਪੱਤਾ ਵੀ ਜਦੋਂ ਮੂਵ ਨਹੀਂ ਕਰਦਾ, ਮਤਲਬ ਰਾਤ ਦੇ ਟਾਈਮ ਤੇ ਜਦੋਂ ਹਵਾ ਸ਼ਾਂਤ ਹੋ ਜਾਂਦੀ ਆ ਬਿਲਕੁਲ, ਤੇ ਇੱਕ ਵੀ ਪੱਤਾ ਮੂਵ ਨਹੀਂ ਕਰਦਾ, ਉਸ ਟਾਈਮ ਤੇ ਵੀ ਕੀ ਹੈ, ਸ਼ੇਰੂ ਜਿਹੜਾ ਆ ਉਹਨੂੰ ਸਭ ਪਤਾ ਆ ਕਿ ਇਸ ਟਾਈਮ ਤੇ ਜਿਹੜੀ ਹਵਾ, ਰਾਤ ਦੇ ਟਾਈਮ ਤੇ ਜਿਹੜੀ ਹਵਾ ਆ ਉਹ ਕੀ ਆ, ਉਹਦੇ ਨਾਲ ਕੁਝ ਵੀ ਮੂਵ ਨਹੀਂ ਕਰੇਗਾ। ਤੇ ਕੁਝ ਅਗਰ ਮੂਵ ਨਹੀਂ ਕਰੇਗਾ ਜੰਗਲ ਦੇ ਵਿੱਚ, ਫਿਰ ਕੀ ਹੋਏਗਾ, ਸ਼ਾਂਤੀ ਹੋਏਗੀ। ਹੁਣ ਸ਼ੇਰੂ ਇਹ ਸਭ ਕੁਝ ਕਿਉਂ ਦੇਖ ਰਿਹਾ ਆ, ਕਿਉਂ ਸਮਝ ਰਿਹਾ ਆ ਕਿ ਜਿਹੜੀ ਹਵਾ ਆ ਉਹ ਰਾਤ ਨੂੰ ਬੰਦ ਹੈ, ਰਾਤ ਨੂੰ ਕੁਝ ਵੀ ਮੂਵ ਨਹੀਂ ਕਰਦਾ, ਕਿਉਂਕਿ ਉਹ ਹੁਣ ਸ਼ਿਕਾਰ ਕਰਨ ਜਾਏਗਾ। ਹੁਣ ਸ਼ੇਰ ਕੀ ਕਰਦਾ, ਸ਼ਿਕਾਰ ਕਰਦਾ ਹੈ ਨਾ, ਉਹ ਦੂਸਰੇ ਜਾਨਵਰਾਂ ਨੂੰ ਮਾਰ ਕੇ ਖਾਂਦਾ ਆ, ਤੇ ਹੁਣ ਉਹਨੇ ਸ਼ਿਕਾਰ ਕਰਨਾ ਹੈ, ਇਸ ਕਰਕੇ ਉਹਨੂੰ ਹਵਾ ਦਾ ਜਿਹੜਾ ਆ ਅੰਦਾਜ਼ਾ ਉਹ ਲਗਾਉਣਾ ਹੀ ਪਏਗਾ ਕਿ ਹਵਾ ਕਿੱਧਰਲੀ ਆ, ਤੇ ਹਵਾ ਦਾ ਅੰਦਾਜ਼ਾ ਉਹਨੇ ਲਗਾਉਣਾ ਕਿਉਂ ਆ, ਇਹ ਅਸੀਂ ਨੈਕਸਟ ਸਟੈਂਜ਼ਾ ਦੇ ਵਿੱਚ ਪੜਾਂਗੇ। He knew his winds, their traffic lanes. He knew the deer would smell him out if they were downwind. So he would belly crawl and crouch. ਹੁਣ ਕਹਿੰਦੇ ਕਿ ਜਿਹੜਾ ਸ਼ੇਰੂ ਹੈ ਉਹ ਕਿਉਂ ਹਵਾ ਦੇ ਰੁੱਖ ਦਾ ਅੰਦਾਜ਼ਾ ਲਗਾਉਂਦਾ ਸੀ, ਕਿਉਂਕਿ ਜਿਹੜਾ ਡੀਰ ਹੈ, ਡੀਰ ਹੁੰਦਾ ਹਿਰਨ, ਤੇ ਸ਼ੇਰ ਜਿਹੜਾ ਜ਼ਿਆਦਾਤਰ ਡੀਰ ਦਾ ਹੀ ਸ਼ਿਕਾਰ ਕਰਦਾ ਆ। ਦੈਨ ਹੁਣ ਉਹ ਇਹ ਸਾਰਾ ਕੁਛ ਇਸ ਕਰਕੇ ਕਰਦਾ ਹੈ, ਹਵਾ ਦੇ ਵਿੱਚ ਉਹ ਐਕਸਪਰਟ, ਹਵਾ ਦੇ ਰੁੱਖਾਂ ਨੂੰ ਸਮਝਣ ਦਾ ਉਹ ਐਕਸਪਰਟ ਇਸ ਕਰਕੇ ਆ ਕਿ ਡੀਰ ਜਿਹੜਾ ਆ ਉਹਦੀ ਬੋਡੀ ਦੀ ਸਮੈਲ ਨੂੰ ਕੀ ਆ, ਸੁੰਘ ਕੇ ਦੌੜ ਨਾ ਜਾਵੇ, ਉਹ ਆਪਣੇ ਸ਼ਿਕਾਰ ਨੂੰ ਛੱਡਣਾ ਨਹੀਂ ਚਾਹੁੰਦਾ, ਤੇ ਉਸ ਚੀਜ਼ ਤੋਂ ਬਚਣ ਵਾਸਤੇ ਕਿ ਉਹਦੀ ਸਰੀਰ ਦੀ ਖੁਸ਼ਬੂ ਜਿਹੜੀ ਆ ਡੀਰ ਤੱਕ ਨਾ ਪਹੁੰਚ ਸਕੇ, ਕੀ ਕਰਦਾ ਸੀਗਾ ਸ਼ੇਰੂ, ਬੈਲੀ ਕਰਾਊਲ ਐਂਡ ਕਰਾਊਚ ਇੱਕ ਪੋਜੀਸ਼ਨ ਹੁੰਦੀ ਆ ਜਿਹਦੇ ਵਿੱਚ ਕੀ ਹੁੰਦਾ ਆ ਕਿ ਨੀਚੇ ਨੂੰ ਆਪਣੀਆਂ ਜਿਹੜੇ ਲੈਗਸ ਆ ਬੈਂਡ ਕਰਕੇ ਨੀਸ ਦੇ ਉੱਤੇ ਹੌਲੀ ਹੌਲੀ ਸਰਕਦੇ ਆ ਪੇਟ ਦੇ ਵੱਲ, ਠੀਕ ਹੈ। ਇਹ ਇੱਦਾਂ ਉਹ ਇਸ ਕਰਕੇ ਕਰਦਾ ਸੀਗਾ ਤਾਂ ਕਿ ਉਹ ਜ਼ਮੀਨ ਦੇ ਉੱਤੇ ਹੀ ਰਵੇ, ਜ਼ਮੀਨ ਦੇ ਨਾਲ ਹੀ ਲੱਗਿਆ ਰਵੇ ਸ਼ੇਰੂ, ਤੇ ਉਹਦੀ ਜਿਹੜੀ ਸਮੈਲ ਆ ਹਵਾ ਦੇ ਨਾਲ ਜਾ ਕੇ ਉੱਪਰ ਨੂੰ ਉੱਠੇਗਾ ਤਾਂ ਹਵਾ ਦੇ ਵਿੱਚ ਉਹਦੀ ਸਮੈਲ ਆਏਗੀ ਤੇ ਉਹ ਡੀਰ ਤੱਕ ਪਹੁੰਚ ਜਾਏਗੀ ਤੇ ਡੀਰ ਉੱਥੋਂ ਦੌੜ ਜਾਏਗਾ। ਇਸ ਕਰਕੇ ਹੀ ਉਹ ਇਹ ਵਾਲੀ ਟੈਕਨੀਕ ਸ਼ੇਰੂ ਅਪਣਾਉਂਦਾ ਸੀ। And take a long circular route, hiding behind bush and stuff. Once he knew his scent won't carry, in a flash he would erupt. ਹੁਣ ਕੀ ਕਰਦਾ ਆ ਫਿਰ ਉਹ ਸ਼ੇਰੂ ਜਿਹੜਾ ਆ, ਇੱਕ ਜਿਹੜੀ ਪੋਜੀਸ਼ਨ ਆ ਉਹਨੇ ਆਪਣੀ ਰੱਖੀ ਹੋਈ ਆਪਣਾ ਸ਼ਿਕਾਰ ਕਰਨ ਵਾਸਤੇ ਕਿ ਉਹ ਸ਼ਿਕਾਰ ਨੂੰ ਜਾਣ ਨਹੀਂ ਦੇਣਾ ਚਾਹੁੰਦਾ ਆਪਣੇ ਹੱਥੋਂ, ਉਸੇ ਪੋਜੀਸ਼ਨ ਦੇ ਵਿੱਚ ਉਹ ਇੱਕ ਸਰਕੂਲਰ ਰਾਊਂਡ ਲਗਾਉਂਦਾ ਹੈ ਤਾਂ ਕਿ ਜਿਹੜੀ ਉਹਦੀ ਸਮੈਲ ਆ ਉਹ ਕੀ ਹੋ ਸਕੇ, ਫੈਲ ਨਾ ਸਕੇ ਹਵਾ ਦੇ ਵਿੱਚ। ਫਿਰ ਕੀ ਕਰਦਾ ਆ ਉਹ, ਬੁਸ਼ ਐਂਡ ਸ਼ਰਬ ਕੀ ਹੁੰਦੇ, ਬੁਸ਼ ਐਂਡ ਸ਼ਰਬ ਝਾੜੀਆਂ ਹੁੰਦੀਆਂ, ਛੋਟੇ ਜਿਹੜੇ ਟਰੀ ਹੁੰਦੇ ਨੇ, ਸਮਾਲ ਟਰੀਜ਼, ਉਹਨਾਂ ਦੇ ਪਿੱਛੇ ਜਾ ਕੇ ਲੁਕ ਜਾਂਦਾ ਆ। ਤੁਸੀਂ ਇਸ ਪਿਕਚਰ ਦੇ ਵਿੱਚ ਦੇਖ ਸਕਦੇ ਹੋ। once he knew his scent won't carry, ਫਿਰ ਜਦੋਂ ਉਹਨੂੰ ਕਨਫਰਮ ਹੋ ਗਿਆ ਕਿ ਹੁਣ ਉਹਦੇ ਜਿਹੜੇ ਸਰੀਰ ਦੀ ਸਮੈਲ ਹੈ ਉਹ ਕੀ ਹੈ, ਡੀਰ ਤੱਕ ਨਹੀਂ ਪਹੁੰਚੇਗੀ, ਫਿਰ ਉਹ ਕੀ ਕਰਦਾ, ਇਨਾ ਫਲੈਸ਼ ਇੱਕ ਝਟਕੇ ਦੇ ਨਾਲ ਜਿਹੜੀ ਮੂਵਮੈਂਟ ਹੁੰਦੀ ਆ ਉਹ ਇੱਕ ਝਟਕੇ ਦੇ ਨਾਲ, ਇੱਕ ਫਲੈਸ਼ ਦੇ ਨਾਲ ਇਰਪਟ ਹੁੰਦਾ, ਝਪਟ ਲੈਣਾ, ਜੰਪ ਕਰਨਾ, ਉਹ ਕੀ ਕਰਦਾ ਹੈ, ਜੰਪ ਕਰ ਦਿੰਦਾ ਹੈ ਆਪਣੇ ਸ਼ਿਕਾਰ ਦੇ ਉੱਤੇ। They hadn't sniffed that thick and musty smell of his which people dubbed as tiger scent. ਹੁਣ ਡੀਰ ਜਿਹੜਾ ਆ ਉਹਦੇ ਤੱਕ ਸ਼ੇਰੂ ਦੀ ਸਮੈਲ ਨਹੀਂ ਪਹੁੰਚੀ, ਕਿਉਂ, ਕਿਉਂਕਿ ਸ਼ੇਰੂ ਇੰਨਾ ਜ਼ਿਆਦਾ ਐਕਸਪਰਟ ਆ, ਉਹਨੇ ਆਪਣੇ ਸਰੀਰ ਦੀ ਸਮੈਲ ਜਿਹੜੀ ਆ ਹਵਾ ਤੱਕ ਪਹੁੰਚਣ ਹੀ ਨਹੀਂ ਦਿੱਤੀ, ਉਹ ਬੜੀ ਹੀ ਟੈਕਨੀਕ ਦੇ ਨਾਲ ਜਿਹੜਾ ਹੈ ਸ਼ਿਕਾਰ ਕਰਨ ਗਿਆ ਆ। ਇਸ ਕਰਕੇ ਜਿਹੜਾ ਸਨਿਫਟ ਹੁੰਦਾ ਆ ਸੁੰਘਣਾ, ਡੀਰ ਉਹਦੀ ਸਮੈਲ ਨੂੰ ਸੁੰਘ ਹੀ ਨਹੀਂ ਸਕਿਆ। ਥਿਕ ਮਸਟੀ ਜਿਹੜੀ ਸਮੈਲ ਸੀ ਉਹਦੀ, ਬੜੀ ਹੀ ਜਿਹੜੀ ਸਟਰੋਂਗ ਸਮੈਲ ਹੈ ਸ਼ੇਰੂ ਦੀ ਬੋਡੀ ਦੀ, ਡੀਰ ਤੱਕ ਉਹ ਨਹੀਂ ਪਹੁੰਚ ਪਾਈ। ਅਤੇ ਇਸ ਸਮੈਲ ਨੂੰ ਜਿਹੜਾ ਕਹਿੰਦੇ ਕਿ ਟਾਈਗਰ ਸੈਂਟ ਕਿਹਾ ਜਾਂਦਾ ਆ। ਸ਼ੇਰੂ ਦੀ ਇਸ ਜਿਹੜੀ ਸਮੈਲ ਹੈ ਬੋਡੀ ਦੀ, ਸਟਰੋਂਗ ਮਸਟੀ ਸਮੈਲ ਜਿਹਨੂੰ ਕਿਹਾ ਗਿਆ, ਥਿਕ ਐਂਡ ਮਸਟੀ ਮੀਨਸ ਸਟਰੋਂਗ ਸਮੈਲ, ਉਹਨੂੰ ਲੋਕ ਟਾਈਗਰ ਸੈਂਟ ਕਹਿੰਦੇ ਆ। ਅਤੇ ਇਹ ਟਾਈਗਰ ਸੈਂਟ ਜਿਹੜੀ ਆ ਉਹ ਡੀਰ ਤੱਕ ਨਹੀਂ ਪਹੁੰਚ ਸਕੀ। ਹੀ ਗॉट ਦ ਸਟੈਗ, ਹਿਸ ਕਲੋ ਫੈਲ ਲਾਈਕ ਅ ਜਾਇੰਟ ਕਲੱਬ। ਹੁਣ ਸ਼ੇਰੂ ਨੇ ਕੀ ਕੀਤਾ, ਸਟੈਗ ਹੁੰਦਾ ਆ ਮੇਲ ਡੀਰ, ਹਿਰਨ, ਠੀਕ ਹੈ, ਮੇਲ ਹੁੰਦਾ ਜਿਹੜਾ, ਮੇਲ ਜਿਹੜਾ ਡੀਰ ਹੁੰਦਾ ਆ ਉਹਨੂੰ ਸਟੈਗ ਕਿਹਾ ਜਾਂਦਾ ਹੈ। ਸੋ ਇੱਕ ਹੀ ਫਲੈਸ਼ ਦੇ ਵਿੱਚ, ਲਾਸਟ ਸਟੈਂਜ਼ਾ ਦੇ ਵਿੱਚ ਅਸੀਂ ਪੜ੍ਹਿਆ ਨਾ, ਫਲੈਸ਼ ਦੇ ਵਿੱਚ, ਇੱਕ ਹੀ ਫਲੈਸ਼ ਦੇ ਵਿੱਚ ਕੀ ਹੋਇਆ,
शेरू ने अपने शिकार अपने स्टैग नूं किया झपट लिया। अपने जायंट क्लब ਜਿਹੜੇ ਉਹਦੇ ਪੰਜੇ ਸੀਗੇ ਵਿਸ਼ਾਲ ਪੰਜੇ ਸੀਗੇ ਉਹਨਾਂ ਦੇ ਨਾਲ ਆਪਣੇ ਸ਼ਿਕਾਰ ਨੂੰ ਉਹਨੇ ਝਪਟ ਲਿਆ। ਔਨ ਨੈਕ ਐਂਡ ਐਂਟਲਰ ਬੋਥ ਵਰ ਕ੍ਰਸ਼ਡ। ਨੈਕ ਤੇ ਐਂਟਲਰ ਹੁੰਦਾ ਆ ਡੀਡ ਦੇ ਹੌਰਨ ਜਿਹੜੇ ਹੁੰਦੇ ਆ, ਹਿਰਨ ਦੇ ਜਿਹੜੇ ਸਿੰਗ ਹੁੰਦੇ ਨੇ। ਹੁਣ ਜਦੋਂ ਸ਼ੇਰੂ ਨੇ ਆਪਣੇ ਸ਼ਿਕਾਰ ਨੂੰ ਫੜਿਆ ਉਹਨੇ ਸ਼ਿਕਾਰ ਦੀ ਗਰਦਨ ਮਤਲਬ ਸਟੈਗ ਦੀ ਗਰਦਨ ਤੇ ਉਹਦੇ ਜਿਹੜੇ ਹੌਰਨ ਸੀ ਇਕੱਠੇ ਉਹਨਾਂ ਨੂੰ ਦਬੋਚ ਲਿਆ ਤੇ ਉਹਨਾਂ ਨੂੰ ਕ੍ਰਸ਼ਡ ਮਤਲਬ ਨਸ਼ਟ ਕਰ ਦੇਣਾ, ਮਤਲਬ ਫਾੜ ਦੇਣਾ। ਇੱਕ ਹੀ ਝਟਕੇ ਦੇ ਵਿੱਚ ਉਹਨੇ ਕ੍ਰਸ਼ਡ ਕਰ ਦਿੱਤੇ। ਨਾਓ ਸ਼ੇਰੂ ਇਜ਼ ਗੋਨ ਨੋਟ ਐਨੀ ਮੋਰ ਡੂ ਪੀਪਲ ਫੇਅਰ ਹਿਜ਼ ਡ੍ਰੇਡਡ ਸਪੋਰ। ਹੁਣ ਕਹਿੰਦੇ ਕਿ ਸ਼ੇਰੂ ਜਿਹੜਾ ਜਾ ਚੁੱਕਿਆ ਆ। ਰਜ਼ੀਆ ਇਹ ਸਾਰਾ ਕੁਛ ਹੁਣ ਸੋਚ ਰਹੀ ਸੀ ਕਿ ਜਦੋਂ ਹੁੰਦਾ ਸੀ ਉਹ ਇੱਦਾਂ ਸ਼ਿਕਾਰ ਕਰਦਾ ਤੇ ਹੁਣ ਜਦੋਂ ਉਹ ਜਾ ਚੁੱਕਿਆ ਆ ਤੇ ਹੁਣ ਕਹਿੰਦੇ ਕਿ ਜਿਹੜੇ ਲੋਕ ਇੱਥੇ ਮਤਲਬ ਲੋਕਾਂ ਦਾ ਇੱਥੇ ਮਤਲਬ ਕੀ ਹੈ, ਜਾਨਵਰ, ਜੰਗਲ ਦੇ ਵਿੱਚ ਜਿਹੜੇ ਰਹਿਣ ਵਾਲੇ ਜਾਨਵਰ। ਕਹਿੰਦੇ ਕਿ ਹੁਣ ਡ੍ਰੈਡਡ ਹੁੰਦਾ ਖੂੰਖਾਰ, ਫੀਅਰਡ। ਅਤੇ ਕਹਿੰਦੇ ਹੁਣ ਜਦੋਂ ਸ਼ੇਰੂ ਜਾ ਚੁੱਕਿਆ ਆ, ਰਜ਼ੀਆ ਸੋਚ ਰਹੀ ਆ, ਅਤੇ ਫਿਰ ਜੰਗਲ ਦੇ ਵਿੱਚ ਰਹਿਣ ਵਾਲੇ ਜਿਹੜੇ ਜਾਨਵਰ ਆ ਉਹਨਾਂ ਨੂੰ ਉਹਦੀ ਜਿਹੜੀ ਸਪੋਰ ਹੁੰਦੀ ਆ ਐਨੀਮਲ ਸੈਂਟ, ਜਿਹੜੀ ਪਿੱਛੇ ਅਸੀਂ ਪੜ੍ਹੀ ਨਾ ਟਾਈਗਰ ਸੈਂਟ ਜਿਹੜੀ ਸਟਰੋਂਗ ਸੀ। ਹੁਣ ਕਹਿੰਦੇ ਕਿ ਉਹਨਾਂ ਨੂੰ ਡਰ ਨਹੀਂ ਲੱਗਦਾ ਹੋਣਾ ਹੈ ਜਿਹੜੀ ਸਟਰੋਂਗ ਸਮੈਲ ਸੀ ਸ਼ੇਰੂ ਦੀ ਬੋਡੀ ਦੀ। ਪਗ ਮਾਰਕਡ ਔਨ ਦਾ ਫੋਰੈਸਟ ਫਲੋਰ। ਪਗ ਮਾਰਕ ਮੀਨਸ ਫੁੱਟ ਮਾਰਕ, ਜਿਹੜੇ ਸ਼ੇਰੂ ਦੇ ਪੈਰਾਂ ਦੇ ਨਿਸ਼ਾਨ ਸੀ। ਅਤੇ ਹੁਣ ਕਹਿੰਦੇ ਕਿ ਫੋਰੈਸਟ ਦੇ ਵਿੱਚ ਪਗ ਮਾਰਕ ਵੀ ਨਹੀਂ ਦਿਖਦੇ ਹੋਣੇ, ਸ਼ੇਰੂ ਦੇ ਪੈਰਾਂ ਦੇ ਨਿਸ਼ਾਨ ਵੀ ਨਹੀਂ ਦਿਖਦੇ ਹੋਣੇ। ਗ੍ਰੀਫ ਐਂਡ ਫੀਅਰ ਸਟਾਰਟ ਕੰਪੀਟਿੰਗ ਇਨ ਰਜ਼ੀਆਸ ਹਾਰਟ। ਹੁਣ ਰਜ਼ੀਆ ਇਹ ਸਾਰਾ ਕੁਛ ਸੋਚ ਕੇ ਕੀ ਕਰ ਰਹੀ ਆ, ਦੁੱਖ ਅਤੇ ਡਰ ਦੇ ਨਾਲ ਭਰ ਜਾਂਦੀ ਆ। ਉਹਦੇ ਅੰਦਰ ਦੁੱਖ ਅਤੇ ਡਰ ਦੋਨੋਂ ਹੀ ਇਕੱਠੇ ਹੋ ਜਾਂਦੇ ਆ। ਵਿਦ ਸ਼ੇਰੂ ਗੋਨ ਵਿਲ ਦਾ ਹਾਈਨਾਸ ਹਾਊਂਡ ਹਰ ਕਬਸ। ਹੁਣ ਕਹਿੰਦੇ ਕਿ ਜਦੋਂ ਸ਼ੇਰੂ ਚਲਾ ਗਿਆ ਆ, ਹਾਈਨਾਸ ਜਾਨਵਰ ਹੁੰਦੇ ਨੇ, ਇਹ ਕੀ ਆ ਡੋਗ ਲਾਈਕ ਹੁੰਦੇ ਨੇ, ਦੇਖਣ ਨੂੰ ਡੋਗ ਵਰਗੇ ਲੱਗਦੇ ਨੇ ਜਿੱਦਾਂ ਤੁਸੀਂ ਇਸ ਪਿਕਚਰ ਦੇ ਵਿੱਚ ਦੇਖ ਸਕਦੇ ਹੋ। ਹੁਣ ਇਹ ਕੀ ਕਰਦੇ ਨੇ, ਸ਼ੇਰ ਦੇ ਬੱਚਿਆਂ ਦਾ ਸ਼ਿਕਾਰ ਕਰਦੇ ਨੇ। ਅਤੇ ਹੁਣ ਰਜ਼ੀਆ ਨੂੰ ਹਾਈਨਾਸ ਦਾ ਡਰ ਆ ਕਿ ਸ਼ੇਰੂ ਨਹੀਂ ਹੈਗਾ, ਪਹਿਲਾਂ ਉਹ ਪ੍ਰੋਟੈਕਟ ਕਰਦਾ ਸੀ ਉਹਨਾਂ ਨੂੰ, ਅਤੇ ਹੁਣ ਸ਼ੇਰੂ ਜਾ ਚੁੱਕਿਆ ਹੈ ਅਤੇ ਹੁਣ ਜਿਹੜੇ ਹਾਈਨਾਸ ਆ ਉਹਦੇ ਕਬਜ਼ ਨੂੰ ਕੀ ਕਰਨਗੇ, ਮਾਰ ਦੇਣਗੇ, ਸ਼ਿਕਾਰ ਕਰ ਲੈਣਗੇ ਉਹਨਾਂ ਦਾ। ਕੈਨ ਸ਼ੀ ਲੀਵ ਦ ਲਿਟਲ ਵਨਸ ਅਲੋਨ। ਹੁਣ ਰਜ਼ੀਆ ਜਿਹੜੀ ਉਹ ਆਪਣੇ ਬੱਚਿਆਂ ਨੂੰ, ਆਪਣੇ ਕਬਜ਼ ਨੂੰ ਇੱਦਾਂ ਇਕੱਲੇ ਛੱਡ ਕੇ ਜਾ ਸਕਦੀ ਆ, ਕਿਉਂਕਿ ਜਿਹੜੇ ਬੱਚੇ ਆ ਸ਼ੇਰ ਦੇ ਹਜੇ ਉਹਨਾਂ ਨੇ ਆਪਣੇ ਆਪ ਨੂੰ ਪ੍ਰੋਟੈਕਟ ਕਰਨਾ ਨਹੀਂ ਸਿੱਖਿਆ। ਸ਼ੇਰ ਨੋ ਡਾਊਟ ਇੱਕ ਬਹੁਤ ਹੀ ਪਾਵਰਫੁਲ ਐਨੀਮਲ ਮੰਨਿਆ ਜਾਂਦਾ ਆ, ਬਟ ਜਦੋਂ ਉਹਦੇ ਬੱਚੇ ਆ ਹਜੇ ਜਿਹੜੇ ਨਿਊ ਬੋਰਨ ਆ ਉਹ ਆਪਣੇ ਆਪ ਨੂੰ ਹਜੇ ਪ੍ਰੋਟੈਕਟ ਨਹੀਂ ਕਰ ਸਕਦੇ। ਇਸ ਕਰਕੇ ਰਜ਼ੀਆ ਨੂੰ ਡਰ ਆ ਕਿ ਉਹ ਆਪਣੇ ਬੱਚਿਆਂ ਨੂੰ ਕਿੱਦਾਂ ਛੱਡ ਕੇ ਜਾਏਗੀ ਇਕੱਲੀ। ਹੁਣ ਛੱਡ ਕੇ ਜਾਏਗੀ ਦਾ ਕੀ ਮਤਲਬ, ਉਹ ਕਿੱਥੇ ਜਾਏਗੀ। ਹੁਣ ਸ਼ੇਰੂ ਤਾਂ ਨਹੀਂ ਹੈਗਾ, ਪਹਿਲਾਂ ਸ਼ੇਰੂ ਸ਼ਿਕਾਰ ਕਰਕੇ ਉਹਨਾਂ ਵਾਸਤੇ ਭੋਜਨ ਲੈ ਕੇ ਆਉਂਦਾ ਸੀ, ਰਜ਼ੀਆ ਵਾਸਤੇ ਅਤੇ ਆਪਣੇ ਕਬ ਵਾਸਤੇ, ਬਟ ਹੁਣ ਸ਼ੇਰੂ ਨਹੀਂ ਹੈਗਾ ਅਤੇ ਰਜ਼ੀਆ ਨੂੰ ਕੀ ਕਰਨਾ ਪਏਗਾ, ਬਾਹਰ ਜਾਣਾ ਪਏਗਾ ਸ਼ਿਕਾਰ ਕਰਨ ਵਾਸਤੇ ਅਤੇ ਆਪਣੇ ਬੱਚਿਆਂ ਲਈ ਕੀ ਆ ਭੋਜਨ ਲੈ ਕੇ ਆਉਣਾ ਪਏਗਾ। ਅਤੇ ਹੁਣ ਉਹ ਆਪਣੇ ਬੱਚਿਆਂ ਨੂੰ ਨਾਲ ਵੀ ਨਹੀਂ ਲੈ ਕੇ ਜਾ ਸਕਦੀ ਅਤੇ ਉਹਨਾਂ ਨੂੰ ਇਕੱਲੇ ਵੀ ਨਹੀਂ ਛੱਡ ਕੇ ਜਾ ਸਕਦੀ। ਵੈਨ ਸ਼ੀ ਗੋਜ਼ ਹੰਟਿੰਗ ਫਲੈਸ਼ ਐਂਡ ਬੋਨ The tigress Razia lives in fear। ਹੁਣ ਅਗਰ ਉਹ ਜਾਏਗੀ ਛੱਡ ਕੇ ਰਜ਼ੀਆ ਉਹਨਾਂ ਨੂੰ ਅਲੋਨ, ਜਦੋਂ ਉਹ ਸ਼ਿਕਾਰ ਕਰਨ ਜਾਏਗੀ ਆਪਣੇ ਬੱਚਿਆਂ ਵਾਸਤੇ ਖਾਣਾ ਲੈਣ ਲਈ, ਸ਼ਿਕਾਰ ਕਰਨਾ ਪਏਗਾ ਉਹਨੂੰ। ਹੁਣ ਉਹ ਜੇ ਕੁਛ ਨਹੀਂ ਖਾਣਗੇ ਫਿਰ ਵੀ ਉਹ ਸਰਵਾਈਵ ਨਹੀਂ ਕਰ ਪਾਉਣਗੇ, ਬਟ ਉਹਦੀ ਮਜਬੂਰੀ ਆ ਕਿ ਉਹਨੂੰ ਜਾਣਾ ਵੀ ਪਏਗਾ ਅਤੇ ਉਹਨੂੰ ਰਹਿਣਾ ਵੀ ਪਏਗਾ। ਅਤੇ ਉਹ ਇਹ ਬੜੇ ਹੀ ਦੁਬਿਧਾ ਦੇ ਵਿੱਚ ਫਸੀ ਹੋਈ ਹੈ ਕਿ ਉਹ ਜਾਏ ਜਾਂ ਨਾ ਜਾਏ। ਇਸ ਕਰਕੇ ਕੀ ਹੈ, ਜਦੋਂ ਕਹਿੰਦੇ ਕਿ ਪੋਇਟ ਕਹਿ ਰਿਹਾ ਹੈ ਜਦੋਂ ਉਹ ਹੰਟ ਕਰਨ ਜਾਏਗੀ ਮਤਲਬ ਸ਼ਿਕਾਰ ਕਰਨ ਜਾਏਗੀ ਰਜ਼ੀਆ, ਫਲੈਸ਼ ਅਤੇ ਬੋਨ ਆਪਣੇ ਬੱਚਿਆਂ ਵਾਸਤੇ ਭੋਜਨ ਦਾ ਪ੍ਰਬੰਧ ਕਰਨ ਜਾਏਗੀ, ਅਸੀਂ ਕਹਿ ਸਕਦੇ ਹਾਂ। ਗ੍ਰੇਟਰ ਡਰੈਡ ਮੀਨਸ fear, ਡਰ। when will again the poachers with their guns appear। now ਰਜ਼ੀਆ ਦੇ ਮਨ ਦੇ ਵਿੱਚ ਇਹ ਵੀ ਡਰ ਆ, ਇੱਕ ਗ੍ਰੇਟਰ ਮਤਲਬ ਬਹੁਤ ਹੀ ਵੱਡਾ ਜਿਹੜਾ ਡਰ ਆ, ਕਿਹੜਾ ਕਿ ਜਿਹੜੇ ਪੋਚਰਸ ਆ, ਪੋਚਰਸ ਹੰਟਰਸ ਜਿਹੜੇ ਸ਼ਿਕਾਰ ਕਰਦੇ ਨੇ, ਉਹ ਕੀ ਆ ਕਹਿੰਦੇ ਕਿ ਗਨਸ ਦੇ ਨਾਲ ਦੁਬਾਰਾ ਅਪੇਅਰ ਹੋ ਜਾਣਗੇ। ਹੁਣ
ਦੁਬਾਰਾ ਅਪੀਅਰ ਕਰਨਾ ਇੱਥੇ ਕਿਉਂ ਕਿਹਾ ਆ ਪੋਇਟ ਨੇ? ਇਸ ਪੋਇਮ ਦੇ ਵਿੱਚ ਦੇਖੋ ਇਹ ਕੁਐਸਚਨ ਅਰਾਈਜ਼ ਹੁੰਦਾ ਆ ਕਿ ਜਿਹੜਾ ਸ਼ੇਰੂ ਹੈ, ਟਾਈਗਰ ਸੀਗਾ ਰਜ਼ੀਆ ਦਾ ਪਾਰਟਨਰ, ਉਹ ਕਿੱਥੇ ਗਿਆ, ਉਹਨਾਂ ਨੂੰ ਛੱਡ ਕੇ ਕਿਉਂ ਗਿਆ? ਫਸਟ ਸਟੈਂਜ਼ਾ ਦੇ ਵਿੱਚ ਕਿਹਾ ਗਿਆ ਨਾ ਕਿ ਉਹ ਜਾ ਚੁੱਕਾ ਆ, ਉਹਨਾਂ ਨੇ ਇਹ ਲਿਖਿਆ ਹੈ ਕਿ ਜਾ ਚੁੱਕਿਆ ਆ, ਬਟ ਇਹ ਨਹੀਂ ਲਿਖਿਆ ਕਿ ਉਹ ਮਰ ਗਿਆ ਆ। ਬਟ ਹੁਣ ਲਾਸਟ ਦੇ ਵਿੱਚ ਜਿਹੜਾ ਆ ਕਿ when will again the poachers with their guns appear? ਸੋ ਇਸ ਲਾਈਨ ਤੋਂ ਅੰਦਾਜ਼ਾ ਅਸੀਂ ਲਗਾ ਸਕਦੇ ਹਾਂ ਕਿ ਦੁਬਾਰਾ ਪੋਚਰਸ ਦੇ ਆਉਣ ਦੀ ਗੱਲ ਕੀਤੀ ਗਈ ਆ। ਦੈਟ ਮੀਨਸ ਪੋਚਰਸ ਪਹਿਲਾਂ ਵੀ ਆਏ ਸੀਗੇ ਅਤੇ ਉਹ ਕੀ ਆ, ਉਹਨਾਂ ਨੇ ਸ਼ੇਰੂ ਦਾ ਸ਼ਿਕਾਰ ਕਰ ਲਿਆ ਅਤੇ ਸ਼ੇਰੂ ਨੂੰ ਉਹ ਮਾਰ ਕੇ ਜਿਹੜਾ ਆ ਲੈ ਗਏ ਉੱਥੋਂ, ਉਸ ਜੰਗਲ ਦੇ ਵਿੱਚੋਂ। ਸੋ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਰਜ਼ੀਆ ਦਾ ਪਾਰਟਨਰ ਸੀ ਸ਼ੇਰੂ, ਉਹ ਮਰ ਚੁੱਕਾ ਆ। ਇਸੇ ਕਰਕੇ ਜਿਹੜੀ ਰਜ਼ੀਆ ਆ ਉਹ ਆਪਣੇ ਕਬਜ਼ ਦੇ ਨਾਲ ਕੀ ਆ, ਇਕੱਲੀ ਰਹਿ ਰਹੀ ਆ, ਅਲੋਨ ਰਹਿ ਰਹੀ ਆ। ਅਤੇ ਹੁਣ ਉਹਦੇ ਸਾਹਮਣੇ ਇਹ ਸਾਰੀਆਂ ਮੁਸੀਬਤਾਂ, ਇਹ ਸਾਰੀਆਂ ਪਰੇਸ਼ਾਨੀਆਂ ਜਿਹੜੀਆਂ ਆ ਰਹੀਆਂ ਆ। ਹੁਣ ਬੜਾ ਹੀ ਮੀਨਿੰਗਫੁਲ ਜਿਹੜਾ ਆ ਲੈਸਨ ਆ, ਇੱਕ ਮਾਂ ਦੇ ਵੱਲੋਂ ਵੀ, ਇੱਕ ਪਤਨੀ ਦੇ ਵੱਲੋਂ ਵੀ, ਅਤੇ ਇੱਕ ਐਨੀਮਲ ਦੇ ਵੱਲੋਂ ਵੀ, ਕਿ ਜੋ ਹਿਊਮਨ ਬੀਇੰਗਸ ਕਰ ਰਹੇ ਆ। ਪੋਚਰਸ ਗਏ ਸੀ, ਪੋਚਰਸ ਉਹਨਾਂ ਨੂੰ ਮਾਰਨ ਜਾਂਦੇ ਨੇ, ਕਿਉਂ ਜਾਂਦੇ ਨੇ? ਆਪਣੇ ਸਵਾਰਥ ਵਾਸਤੇ, ਉਹਨਾਂ ਦੀ ਸਕਿਨ ਦਾ ਯੂਜ਼ ਕਰਦੇ ਨੇ। ਇਹ ਸਾਰਾ ਕੁਝ ਕੀ ਆ, ਨਹੀਂ ਹੋਣਾ ਚਾਹੀਦਾ। ਪੋਇਟ ਇਹੀ ਮੈਸੇਜ ਦੇਣਾ ਚਾਹੁੰਦਾ ਆ ਕਿ ਜਿਹੜੇ ਐਨੀਮਲਸ ਨੇ, ਜਿਹੜੇ ਵਾਈਲਡ ਲਾਈਫ ਦੇ ਵਿੱਚ, ਫੋਰੈਸਟ ਦੇ ਵਿੱਚ ਰਹਿਣ ਵਾਲੇ ਜਿਹੜੇ ਐਨੀਮਲਸ ਨੇ, ਉਹਨਾਂ ਦੇ ਵੀ ਆਪਣੇ ਪਰਿਵਾਰ ਹੁੰਦੇ ਆ, ਅਤੇ ਉਹਨਾਂ ਦਾ ਪਰਿਵਾਰ ਦਾ ਅਗਰ ਸਦੱਸਿਆ ਚੱਲ ਜਾਂਦਾ ਆ ਤਾਂ ਉਹਨਾਂ ਨੂੰ ਵੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਆ। ਇਸੇ ਕਰਕੇ ਕੀ ਕਰਨਾ ਚਾਹੀਦਾ ਆ, ਐਜ਼ ਅ ਗੁੱਡ ਹਿਊਮਨ ਬੀਇੰਗ, ਇਹ ਸਾਡੀ ਰਿਸਪੋਂਸੀਬਿਲਿਟੀ ਆ ਕਿ ਅਸੀਂ ਸਾਰਾ ਕੁਛ ਇੱਦਾਂ ਕਰਕੇ, ਜੰਗਲਾਂ ਦੇ ਉੱਤੇ ਕਬਜ਼ਾ ਕਰਕੇ, ਜਿਹੜੀ ਵਾਈਲਡ ਲਾਈਫ ਆ ਉਹਨੂੰ ਖ਼ਤਮ ਕਰਕੇ, ਨੈਚੁਰਲ ਰਿਸੋਰਸਿਸ ਨੂੰ ਖ਼ਤਮ ਕਰਕੇ, ਨਾ ਸਿਰਫ ਉਹਨਾਂ ਦਾ ਨੁਕਸਾਨ ਕਰ ਰਹੇ ਹਾਂ ਬਲਕਿ ਆਪਣਾ ਵੀ ਨੁਕਸਾਨ ਕਰ ਰਹੇ ਹਾਂ। ਅਸੀਂ ਆਪਣੇ ਆਉਣ ਵਾਲੀਆਂ ਪੀੜ੍ਹੀਆਂ ਦਾ ਵੀ ਨੁਕਸਾਨ ਕਰ ਰਹੇ ਹਾਂ। ਸੋ ਇਹ ਸਾਰਾ ਕੁਛ ਜਿਹੜਾ ਆ ਉਹ ਕੀ ਹੋਣਾ ਚਾਹੀਦਾ, ਬੰਦ ਹੋਣਾ ਚਾਹੀਦਾ ਆ। ਠੀਕ ਹੈ। So with this we come to an end of our poem. I hope this poem is clear to you now. So your homework is find out the literary devices that has been used in this poem. So next week we will discuss some another chapter. Till then, take care. Thank you.